अस्सलाम वालेकुम। खबर ਇਹ ਵੇ ਕਿ ਲਬਨਾਨ ਦੇ ਵਿੱਚ ਜਿਹੜੀ ਈਰਾਨ ਨਵਾਜ਼ ਤਨਜ਼ੀਮ ਹੈਗੀ ਹਿਜ਼ਬੁੱਲਾ, ਉਹਦੇ ਇਸਤੇਮਾਲ ਦੇ ਵਿੱਚ ਕੁਝ ਪੇਜਰ ਮਸ਼ੀਨਾਂ ਸਨ ਅਤੇ ਉਹਨਾਂ ਦੀਆਂ ਬੈਟਰੀਆਂ ਫਟ ਗਈਆਂ। ਇਹ ਇਤਫਾਕ ਨਹੀਂ ਹੈਗਾ ਕਿਉਂਕਿ ਉਹ ਬੈਟਰੀਆਂ ਮੁਖਤਲਿਫ ਤਰ੍ਹਾਂ ਦੇ ਉਹਨਾਂ ਲੋਕਾਂ ਦੇ ਹੱਥ ਦੇ ਵਿੱਚ ਸਨ ਜਿਹੜੇ ਇਜ਼ਰਾਈਲ ਦੇ ਮੁਖਾਲਫ ਨੇ ਜਾਂ ਉਹਦੇ ਖਿਲਾਫ ਐਕਟੀਵਿਟੀਜ਼ ਦੇ ਵਿੱਚ ਸ਼ਰੀਕ ਨੇ। ਇਹ पेजर की चीज़ है ਜਿਹੜੇ ਲੋਕ ਜਾਣਦੇ ਨੇ ਕਿ ਮੋਬਾਈਲ ਫੋਨ ਹਾਲੇ ਆ ਰਹੇ ਸਨ ਨਵੇਂ ਤੇ ਉਦੋਂ ਇੱਕ ਡਿਵਾਈਸ ਆਈ ਸੀ ਜਿਹਦੇ ਤੇ ਸਿਰਫ ਤੁਸੀਂ ਟੈਕਸਟ ਮੈਸੇਜ ਕਰ ਸਕਦੇ ਸੀ। ਉਹਦੇ ਤੇ ਟੈਲੀਫੋਨ ਦੀ ਕਾਲ ਨਹੀਂ ਸੀ ਹੋ ਸਕਦੀ, ਆਵਾਜ਼ ਦੇ ਨਾਲ ਨਹੀਂ ਸੀ ਹੋ ਸਕਦਾ, ਸਿਰਫ ਤੁਸੀਂ ਮੈਸੇਜ ਇੱਕ ਕਰ ਸਕਦੇ ਸੀ। ਉਹ ਮਸ਼ੀਨਾਂ ਸਨ ਛੋਟੀਆਂ ਜਿਹੀਆਂ ਅਤੇ ਉਹਨੂੰ ਪੇਜਰ ਕਹਿੰਦੇ ਨੇ। ਉਹ ਲੋਕ ਆਪਣੀ ਜੇਬ 'ਚ ਪਾ ਕੇ ਜਾਂ ਬੈਲਟ ਦੇ ਨਾਲ ਟੰਗ ਕੇ ਅਤੇ ਫਿਰਦੇ ਸਨ। ਫੈਸ਼ਨ ਵੀ ਬਣਾ ਲਿਆ ਸੀ ਲੋਕਾਂ ਨੇ। ਅਤੇ ਇਹਨਾਂ ਮਸ਼ੀਨਾਂ ਨੂੰ ਇਸਤੇਮਾਲ ਇਸ ਵਾਸਤੇ ਹਿਜ਼ਬੁੱਲਾ ਕਰ ਰਹੀ ਸੀ ਕਿ ਉਹਨਾਂ ਨੇ ਮਨ੍ਹਾ ਕੀਤਾ ਸੀ ਕਿ ਇਸਰਾਈਲ ਦੇ ਹਵਾਲੇ ਨਾਲ ਕੋਈ ਗੱਲਬਾਤ ਅਗਰ ਕਰਨੀ ਤਾਂ ਮੋਬਾਈਲ ਫੋਨ ਇਸਤੇਮਾਲ ਨਾ ਕੀਤਾ ਜਾਵੇ ਕਿ ਕਿਤੇ ਉਹ ਗੱਲ ਲੀਕ ਨਾ ਹੋ ਜਾਵੇ ਜਾਂ ਮੋਬਾਈਲ ਫੋਨ ਜਿਹੜੇ ਨੇ ਹੈਕ ਨਾ ਹੋ ਜਾਣ। ਅਤੇ ਇਹਦੇ ਤੋਂ ਬਚਣ ਵਾਸਤੇ ਉਹ ਪੇਜਰ ਮਸ਼ੀਨਾਂ ਇਸਤੇਮਾਲ ਕਰ ਰਹੇ ਸਨ। ਅਤੇ ਇਹ ਜਿਹੜੀਆਂ ਪੇਜਰ ਮਸ਼ੀਨਾਂ ਨੇ ਇਹਦੇ ਵਿੱਚ ਇਹ ਮੁਖਤਲਿਫ ਜਗ੍ਹਾ ਦੇ ਉੱਤੇ ਕਈ ਫਟੀਆਂ ਨੇ ਅਤੇ ਇਹਦੇ ਵਿੱਚ ਕਮ ਅਜ਼ ਕਮ 9 ਅਫਰਾਦ ਜਿਹੜੇ ਨੇ ਉਹ ਹਲਾਕ ਹੋਏ ਨੇ ਔਰ ਦਰਜਨਾਂ ਜਿਹੜੇ ਨੇ ਉਹ ਜ਼ਖਮੀ ਹੋਏ ਨੇ ਪੇਜਰ ਮਸ਼ੀਨਾਂ ਦੇ ਨਾਲ। ਇਹ ਹੈਰਾਨਕੁਨ ਗੱਲ ਹੈ। ਅਸੀਂ ਇਸ ਤੋਂ ਪਹਿਲੇ ਦੇਖਦੇ ਹਾਂ ਕਿ ਇਸਰਾਈਲ ਜਿਹੜਾ ਹੈ ਉਹ ਈਰਾਨ ਦਾ ਜਿਹੜਾ ਇੱਕ ਕਮਾਂਡਰ ਸਨ, ਸਿਪਾਹ ਸਲਾਰ ਸਨ, ਜਨਰਲ ਸੁਲੇਮਾਨੀ, ਉਹਨੂੰ ਇਸ ਤਰੀਕੇ ਨਾਲ ਮਾਰਿਆ ਕਿ ਲੋਕ ਹੈਰਾਨ ਨੇ ਕਿ ਉਹ ਤਕਨੀਕ ਕਿਹੜੀ ਇਸਤੇਮਾਲ ਕੀਤੀ ਕਿ ਮਿਜ਼ਾਈਲ ਨੇ ਹਵਾ 'ਚੋਂ ਸਿਰਫ ਜਨਰਲ ਸੁਲੇਮਾਨੀ ਨੂੰ ਟਾਰਗੇਟ ਕੀਤਾ। ਉਹਦੀ ਲੋਕੇਸ਼ਨ ਇਸ ਦਾ ਪਤਾ ਕਰਨਾ, ਉਹਨੂੰ ਐਗਜ਼ੈਕਟ ਨਿਸ਼ਾਨਾ ਬਣਾਉਣਾ ਔਰ ਉਹਦੇ ਉਸ ਹਮਲੇ ਵਾਸਤੇ ਹਥਿਆਰ ਦਾ ਇੰਤਖਾਬ ਕਰਨਾ, ਇਹ ਇੱਕ ਹਾਈਟੈਕ ਕਿਸਮ ਦੀ ਜਿਹੜੀ ਮਨਸੂਬਾਬੰਦੀ ਉਹਦਾ ਹਿੱਸਾ ਸੀ। ਲੇਕਿਨ ਹੁਣ ਇਹ ਜਿਹੜੇ ਅਸੀਂ ਇੱਥੇ ਪਾਕਿਸਤਾਨ ਦੇ ਵਿੱਚ ਵੀ ਲੋਕਾਂ ਨੂੰ ਹੁੰਦਾ ਕਿ ਕਈ ਦਫਾ ਬੈਟਰੀ ਫਟ ਜਾਂਦੀ ਮੋਬਾਈਲ ਫੋਨ ਦੀ, ਅਤੇ ਮੈਨੂੰ ਤਾਂ ਇਹ ਲੱਗਦਾ ਹੈ ਕਿ ਮੋਬਾਈਲ ਫੋਨ ਵਰਗੀ ਜਿਹੜੀ ਡਿਵਾਈਸਿਸ ਨੇ ਇਹ ਸਿਰਫ ਇਸ ਵਾਸਤੇ ਮਹਿਫੂਜ਼ ਅਸੀਂ ਨਹੀਂ ਇਹਨਾਂ ਨੂੰ ਕਹਿ ਸਕਦੇ ਕਿ ਇਹ ਸਾਡੀ ਗੱਲਬਾਤ ਕਿਤੇ ਹੋਰ ਰਿਕਾਰਡ ਹੋਈ, ਤਸਵੀਰਾਂ ਸਾਡੀਆਂ ਕਿਤੇ ਹੋਰ ਜਾ ਰਹੀਆਂ ਨੇ, ਬਲਕਿ ਜ਼ਰੂਰਤ ਪਵੇ ਤਾਂ ਉਹ ਕੰਪਨੀਆਂ ਔਰ ਉਹ ਮੁਲਕ ਜਿਹੜੇ ਇਹ ਡਿਵਾਈਸਿਸ ਬਣਾ ਰਹੇ ਨੇ ਉਹ ਬਤੌਰ ਬੰਮ ਦੇ ਵੀ ਇਸਤੇਮਾਲ ਸ਼ਾਇਦ ਕਰ ਸਕਦੇ ਨੇ ਮੋਬਾਈਲ ਫੋਨਾਂ ਨੂੰ। ਅਗਰ ਪੇਜਰ ਇਸਤੇਮਾਲ ਹੋ ਸਕਦਾ ਹੈ ਤਾਂ ਮੋਬਾਈਲ ਫੋਨ ਵੀ ਇਸਤੇਮਾਲ ਹੋ ਸਕਦਾ ਹੈ। ਅਤੇ ਇਹਦਾ ਮਤਲਬ ਇਹ ਵੀ ਕਿ ਅਗਰ ਪਾਕਿਸਤਾਨ ਦੇ ਵਿੱਚ ਕੋਈ 12 ਕਰੋੜ ਮੋਬਾਈਲ ਫੋਨ ਨੇ ਲੋਕਾਂ ਦੇ ਹੱਥਾਂ ਦੇ ਵਿੱਚ, ਅਤੇ ਅਸੀਂ 12 ਕਰੋੜ ਬੰਮ ਲੈ ਕੇ ਫਿਰਨ ਡਏ ਇੱਕ ਤਰ੍ਹਾਂ ਦੇ। ਅਤੇ ਇਹਦੇ ਉੱਤੇ ਅਗਰ ਸਾਡੇ ਇਦਾਰੇ ਰਿਸਰਚ ਨਹੀਂ ਦੇ ਰਹੇ ਇਸ ਪਾਸੇ ਇਹਨੂੰ ਰੋਕਣ ਵਾਸਤੇ, ਅਤੇ ਮੇਰਾ ਖਿਆਲ ਇਹ ਵਕਤ ਹੈ ਕਿ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਕਿ ਚਾਹੇ ਜਾਏ ਕਿ ਪਾਕਿਸਤਾਨ ਦੇ ਵਿੱਚ ਵੀ ਐਸਾ ਸਿਲਸਿਲਾ ਬਣੇ ਅਤੇ ਇਹਨੂੰ ਪਹਿਲੇ ਹੀ ਰੋਕਿਆ ਜਾਵੇ। ਅਤੇ ਹੁਣ ਅਸੀਂ ਦੁਬਾਰਾ ਉਸ ਪਾਸੇ ਆਉਂਦੇ ਹਾਂ ਕਿ ਜਿਹੜੀ ਡਿਵਾਈਸਿਸ ਇਸਤੇਮਾਲ ਕੀਤੀਆਂ ਗਈਆਂ ਨੇ, ਅਤੇ ਇਸ ਜਿਹੜੇ ਲਿਬਨਾਨ ਦੇ ਵਜ਼ੀਰ ਆਜ਼ਮ ਨੇ ਨਜੀਬ ਮਿਕਾਤੀ, ਉਹਨਾਂ ਨੇ ਇਸਰਾਈਲ 'ਤੇ ਇਲਜ਼ਾਮ ਲਾਇਆ ਕਿ ਉਹਨੇ ਇਹ ਸਾਰੀ ਪਲੈਨਿੰਗ ਕੀਤੀ ਔਰ ਪੇਜਰ ਦੀ ਬੈਟਰੀਆਂ ਫਟਣ ਦਾ ਜਿਹੜਾ ਮਾਮਲਾ ਹੈ ਉਹ ਇਤਫਾਕੀ ਨਹੀਂ ਹੋਇਆ। ਇਤਫਾਕੀ ਤਾਂ ਮਾਮਲਾ ਹੋਵੇ ਇੱਕ ਅੱਧੀ ਦਫਾ ਕਿਤੇ ਹੋਵੇ, ਔਰ ਅਗਰ ਵੱਖ ਸੈਂਕੜਾ ਜਿਹੜੇ ਪੇਜਰ ਨੇ ਉਹਨਾਂ ਦੀਆਂ ਬੈਟਰੀਆਂ ਫਟਦੀਆਂ ਨੇ ਔਰ ਉਹੀ ਬੈਟਰੀਆਂ ਫਟਦੀਆਂ ਨੇ ਉਹਨਾਂ ਪੇਜਰਸ ਦੀਆਂ ਹੀ ਜਿਹੜੀਆਂ ਹਿਜ਼ਬੁੱਲਾ ਇਸਤੇਮਾਲ ਕਰਦੀ ਪਈ, ਅਤੇ ਈਰਾਨੀ ਉਹਦੇ 'ਚ ਜਿਹੜਾ ਸਫੀਰ ਉਹ ਵੀ ਜ਼ਖਮੀ ਹੋਇਆ ਹੈ। ਅਤੇ ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਵਾਜ਼ੇ ਤੌਰ 'ਤੇ ਵੇ ਕਿ ਇਸਰਾਈਲ ਜਿਹੜਾ ਹੈ ਉਹ ਆਪਣੇ ਮੁਖਾਲਫੀਨ ਨੂੰ ਲਬਨਾਨ ਦੇ ਵਿੱਚ ਟਾਰਗੇਟ ਕਰਨਾ ਚਾਹੁੰਦਾ ਹੈ ਔਰ ਉਹਨੇ ਬਤੌਰ ਹਥਿਆਰ ਇਸਤੇਮਾਲ ਕੀਤਾ। ਇਹਨੂੰ ਬੈਨ ਅਲ-ਅਕਵਾਮੀ ਸਤ੍ਹਾ ਦੇ ਉੱਤੇ ਤੁਸੀਂ ਕਈ ਤਰ੍ਹਾਂ ਦੇ ਨਵੇਂ ਜਰਾਇਮ ਦੇ ਵਿੱਚ ਇਜ਼ਾਫਾ ਕਹਿ ਸਕਦੇ ਜੇ। ਇਜ਼ਰਾਈਲ ਦੇ ਖਿਲਾਫ ਕਾਰਵਾਈ ਵੀ ਹੋ ਸਕਦੀ, ਕਾਰਵਾਈ ਤੋਂ ਮੁਰਾਦ ਹੋਣ ਤੋਂ ਮੁਰਾਦ ਹੈ ਕਿ ਰਿਕਮੈਂਡੇਸ਼ਨ ਹੋ ਸਕਦੀ ਹੈ, ਅਦਾਲਤ ਵੀ ਉਹਦੇ ਫੈਸਲਾ ਦੇ ਸਕਦੀ ਕਿ ਇਹ ਪੁਰਅਮਨ ਇੱਕ ਚੀਜ਼ ਜਿਹੜੀ ਇਸਤੇਮਾਲ ਵਾਸਤੇ ਹੈਗੀ ਉਹਨੂੰ ਬਤੌਰ ਹਥਿਆਰ ਤੁਸੀਂ ਕਿਸੇ ਮੁਲਕ ਦੇ ਵਿੱਚ ਇਸਤੇਮਾਲ ਕਰ ਰਹੇ ਅਤੇ ਬੈਨ ਅਲ-ਅਕਵਾਮੀ ਸਤ੍ਹਾ ਦੇ ਉੱਤੇ ਇੱਕ ਜੁਰਮ ਹੈਗਾ। ਲੇਕਿਨ ਇਜ਼ਰਾਈਲ ਦਾ ਇਹ ਜੁਰਮ ਜਿਹੜਾ ਹੈ ਉਹਨੂੰ ਉਹਦੇ ਉੱਤੇ ਖਿਲਾਫ ਕਾਰਵਾਈ ਕੌਣ ਕਰੇਗਾ? ਅਮਰੀਕਾ ਲਾ ਤਾਲੁਕ ਹੋ ਗਿਆ। ਅਗਰ ਇਹੀ ਗੱਲ ਈਰਾਨ ਕਰਦਾ ਜਾਂ ਸ਼ਾਮ ਕਰਦਾ, ਲਿਬਨਾਨ ਕਰਦਾ, ਅਤੇ ਹੁਣ ਤੱਕ ਅਮਰੀਕਾ ਨੇ ਬਾਂਹ ਜਿਹੜੀ ਉਹ ਸਿਰ 'ਤੇ ਰੱਖੀ ਹੋਣੀ ਸੀ। ਲੇਕਿਨ ਮਾਮਲਾ ਚੂੰਕਿ ਇਸਰਾਈਲ ਦੀ ਬਰਬਰੀਅਤ ਦਾ, ਇਸਰਾਈਲ ਦੀ ਸਫਾਕੀ ਦਾ ਹੈਗਾ ਵੇ, ਅਤੇ ਉੱਥੇ ਅਸੀਂ ਵੇਖਣ ਡਏ ਹਾਂ ਕਿ ਅਮਰੀਕਾ ਨੇ ਕਿਹਾ ਜੀ ਕਿ ਮੇਰਾ ਇਹਦੇ ਨਾਲ ਕੋਈ ਤਲਕ ਨਹੀਂ ਲਾ। ਪਿਛਲੇ ਵੀ ਦਫਾ ਵੀ ਇੰਝ ਹੋਇਆ ਕਿ
ਜਦੋਂ ਇੱਥੇ ਹਮਲਾ ਈਰਾਨ ਦੇ ਵਿੱਚ ਹੋਇਆ ਇਸਰਾਈਲ ਦਾ, ਤੇ ਅਮਰੀਕਾ ਨੇ ਉਦੋਂ ਵੀ ਆਪਣੇ ਆਪ ਨੂੰ ਲਾ ਤਲਕ ਕਰ ਦਿੱਤਾ ਜ਼ਾਹਰ। ਲੇਕਿਨ ਜਦੋਂ ਈਰਾਨ ਨੇ ਐਲਾਨ ਕੀਤਾ ਕਿ ਅਸੀਂ ਇਸਰਾਈਲ ਤੋਂ ਇਹਦਾ ਬਦਲਾ ਲਵਾਂਗੇ, ਤੇ ਅਮਰੀਕਾ ਨੇ ਫੌਰਨ ਆਪਣੀ ਇੱਕ ਤਾਂ ਦਸਤੇ ਔਰ ਜਿਹੜਾ ਸ਼ਿਪ ਹੈਗਾ ਉਹ ਉੱਥੇ ਘੱਲਿਆ, ਔਰ ਦੂਸਰਾ ਨਾਲ ਇੰਤਬਾਹ ਕੀਤਾ ਕਿ ਅਗਰ ਈਰਾਨ ਨੇ ਇਸਰਾਈਲ ਦੇ ਖਿਲਾਫ ਕੋਈ ਕਾਰਵਾਈ ਕੀਤੀ ਤੇ ਫਿਰ ਅਮਰੀਕਾ ਜਿਹੜਾ ਹੈ ਉਹ ਇਸਰਾਈਲ ਦਾ ਦਿਫਾ ਕਰੇਗਾ। ਹੁਣ ਇਸ ਗੱਲ ਨੂੰ ਕੀ ਸਮਝਿਆ ਜਾਵੇ ਕਿ ਤੁਸੀਂ ਇੱਕ ਬੰਦੇ ਨੂੰ, ਇੱਕ ਬਦਮਾਸ਼ ਨੂੰ ਖੁੱਲ੍ਹੀ ਛੁੱਟੀ ਦਿੱਤੀ ਹੋਈ ਹੈ ਕਿ ਉਹ ਆਪਣੇ ਪੁਰਮਨ ਜਿਹੜੇ ਨੇ ਮੁਖਾਲਫੀਨ ਉਹਨਾਂ ਨੂੰ ਮਾਰੇ ਔਰ ਉਹਨਾਂ ਦੇ ਉੱਤੇ ਜ਼ੁਲਮ ਕਰੇ, ਲੇਕਿਨ ਕੋਈ ਉਹਦਾ ਹੱਥ ਨਾ ਰੋਕੇ। ਜੇ ਕੋਈ ਹੱਥ ਰੋਕਣ ਆਏਗਾ ਤੇ ਅਮਰੀਕਾ ਜਿਹੜਾ ਉਸ ਤੋਂ ਵੀ ਵੱਡਾ ਕਹਿ ਲਵੋ ਕਿ ਆਲਮੀ ਸਤ੍ਹਾ ਦੇ ਉੱਤੇ ਇੱਕ ਤਾਕਤ ਹੈਗੀ, ਲੇਕਿਨ ਉਹਦਾ ਗੁੰਡੇ ਦਾ ਕਿਰਦਾਰ ਹੈ ਤੇ ਉਹ ਰੋਕਣ ਆ ਜਾਂਦਾ। ਤੇ ਇਹ ਸੂਰਤ ਹਾਲ ਜਿਹੜੀ ਇਹ ਖਾਸੀ ਲੋਕ ਤਸ਼ਵੀਸ਼ ਨਾਲ ਇਹਨੂੰ ਵੇਖ ਰਹੇ ਨੇ ਕਿ ਇਹ ਜਿਹੜਾ ਨਵਾਂ ਹਥਿਆਰ ਹੈ ਇਹ ਕਿਸ ਤਰ੍ਹਾਂ ਇਸਤੇਮਾਲ ਹੋ ਰਿਹਾ, ਮਜ਼ੀਦ ਮੁਸਤਕਬਲ ਦੇ ਵਿੱਚ ਇਹ ਕੀ ਕਰੇਗਾ। ਲੋਕਾਂ ਨੇ ਉਹਨੂੰ ਜਾਣਨ ਦੀ ਕੋਸ਼ਿਸ਼ ਕੀਤੀ ਕਿ ਇਹ ਟੈਕਨੀਕਲੀ ਕੀ ਮਸਲਾ ਹੈ। ਤੇ ਇਹ ਜਿਹੜੇ ਹੈਗੇ ਨੇ ਪੇਜਰ ਜਿਹੜੇ ਫਟੇ ਨੇ, ਇਹ ਤਾਈਵਾਨ ਦੀ ਕੰਪਨੀ ਹੈਗੀ, ਉਹਦਾ ਨਾਮ ਹੈ ਗੋਲਡ ਅਪੋਲੋ, ਉਸ ਕੰਪਨੀ ਨੇ ਤਿਆਰ ਕੀਤੇ। ਤੇ ਕੰਪਨੀ ਕੋਲੋਂ ਜਦੋਂ ਪੁੱਛਿਆ ਗਿਆ ਕਿ ਜਨਾਬ ਇਹ ਤੁਸੀਂ ਕਿਸ ਤਰ੍ਹਾਂ ਕੋਈ ਹਥਿਆਰ ਬਣਾਏ ਨੇ, ਕੀ ਕੀਤਾ, ਤੇ ਉਹਨਾਂ ਕਿਹਾ ਜੀ ਇਹ ਅਸਲ 'ਚ ਅਸੀਂ ਨਹੀਂ ਤਿਆਰ ਕੀਤੇ, ਅਸੀਂ ਬੁਡਾਪੈਸਟ ਦੀ ਇੱਕ ਕੰਪਨੀ ਹੈ ਉਹਨੂੰ ਲਾਇਸੈਂਸ ਦਿੱਤਾ ਹੈ ਇਹ ਤਿਆਰ ਕਰਨ ਦਾ ਪੇਜਰ। ਤੇ ਇਹ ਜਿਹੜੇ ਪੇਜਰ ਫਟੇ ਨੇ ਇਹ ਉੱਥੋਂ ਹੀ ਆਏ ਨੇ, ਔਰ ਇਸ ਵਾਸਤੇ ਸਾਡਾ ਇਹਦੇ ਵਿੱਚ ਇਸ ਹੱਦ ਤੱਕ ਦਾ ਇੱਕ ਕਸੂਰ ਹੈਗਾ ਕਿ ਸਾਡੇ ਲਾਇਸੈਂਸ ਯਾਫਤਾ ਯੂਨਿਟ ਜਿਹਨੇ ਤਿਆਰ ਕੀਤੇ, ਲੇਕਿਨ ਉਹ ਸਾਡਾ ਨਹੀਂ ਹੈਗਾ। ਇਹ ਤਾਈਵਾਨ ਨੇ ਇਹਦੇ 'ਤੇ ਵਜ਼ਾਹਤ ਕਰ ਦਿੱਤੀ। ਤੇ ਇਹਨੇ ਕੰਪਨੀ ਨੇ ਵੀ ਕਿਹਾ ਕਿ ਜਿਹੜੇ ਫਟੇ ਨੇ ਪੇਜਰ ਇਹ AR924 ਇਹ ਮਾਡਲ ਦੇ ਪੇਜਰ ਨੇ, BAC ਨੇ ਤਿਆਰ ਕੀਤੇ ਤੇ ਫਰੋਖਤ ਕੀਤੇ। ਤੇ ਉਹ ਹੁਣ ਜਨਾਬ ਇਹ ਕੰਪਨੀਆਂ ਜਿਸ ਤਰ੍ਹਾਂ ਲਾਇਸੈਂਸ ਦਿੰਦੀਆਂ ਨੇ ਔਰ ਲਾਇਸੈਂਸਿੰਗ ਦੇ ਹਵਾਲੇ ਨਾਲ ਇਹਨਾਂ ਦੀ ਜਿਹੜੀ ਜ਼ਿੰਮੇਵਾਰੀ ਬਣਦੀ ਉਹ ਵੀ ਸਵਾਲ ਆਪਣੀ ਜਗ੍ਹਾ 'ਤੇ ਆ ਗਿਆ। ਹਿਜ਼ਬੁੱਲਾ ਜਿਹੜੀ ਉਹ ਮੁਆਸਲਾਤ ਵਾਸਤੇ ਬੜੇ ਪੈਮਾਨੇ 'ਤੇ ਇਹੋ ਹੀ ਪੇਜਰਸ ਦੇ ਉੱਤੇ ਇਨਹਿਸਾਰ ਕਰਦੀ ਹੈ। ਉਹ ਸਮਝਦੀ ਕਿ ਇਹਨਾਂ ਪੇਜਰ ਦੇ ਜ਼ਰੀਏ ਜਿਹੜੇ ਪੈਗਾਮਾਤ ਦਿੱਤੇ ਜਾਣਗੇ ਉਹ ਮਹਿਫੂਜ਼ ਰਹਿਣਗੇ, ਉਹ ਕਿਸੇ ਦੀ ਨਿਗਰਾਨੀ 'ਚ ਨਹੀਂ ਆ ਸਕਦੇ ਔਰ ਸਿਕਿਉਰਿਟੀ ਲੀਕ ਨਹੀਂ ਹੋਵੇਗੀ। ਉਹਨਾਂ ਨੇ ਰੋਕਿਆ ਵੀ ਹੋਇਆ ਸੀ ਆਪਣੇ ਮੋਬਾਈਲ ਫੋਨ ਤੋਂ ਇਸਤੇਮਾਲ ਕਰਨ 'ਤੇ। ਤੇ ਇਹ ਜਨਾਬ ਨਵੀਂ ਸੂਰਤ ਹਾਲ ਨੇ ਦੁਨੀਆ ਦੇ ਵਿੱਚ ਇੱਕ ਨਵੇਂ ਤਰ੍ਹਾਂ ਦੀ ਤਸ਼ਵੀਸ਼ ਪੈਦਾ ਕਰ ਦਿੱਤੀ ਹੈ। ਔਰ ਪਾਕਿਸਤਾਨ ਦੇ ਹਵਾਲੇ ਨਾਲ ਗੱਲ ਇਸ ਵਾਸਤੇ ਅਹਿਮ ਹੋ ਜਾਂਦੀ ਕਿ ਇੱਥੇ ਹਮੇਸ਼ਾ ਨਵੀਂ ਸਾਜ਼ਿਸ਼ਾਂ ਹੁੰਦੀਆਂ ਰਹਿੰਦੀਆਂ ਨੇ, ਔਰ ਅਸੀਂ ਕਈ ਗੱਲਾਂ ਨੇ ਜਿਹੜੀਆਂ ਸੀਰੀਅਸ ਨਹੀਂ ਲੈਂਦੇ, ਲੇਕਿਨ ਉਹ ਸੀਰੀਅਸ ਥ੍ਰੈਟਸ ਹੁੰਦੇ ਨੇ। ਤੇ ਅਗਰ ਕੋਈ ਟੈਕਨੋਲੋਜੀ ਐਸੀ ਸਾਡੇ ਦੁਸ਼ਮਣ ਮੁਲਕ ਦੇ ਜਾਂ ਐਸਾ ਮੁਲਕ ਜਿਹੜਾ ਪਾਕਿਸਤਾਨ ਬਾਰੇ ਚੰਗੇ ਅਜ਼ਾਇਮ ਨਹੀਂ ਰੱਖਦਾ, ਉਹਦੇ ਕੋਲੋਂ ਟੈਕਨੋਲੋਜੀ ਆ ਗਈ ਹੈ, ਤੇ ਫਿਰ ਸਾਨੂੰ ਇੰਨਾ ਕੁ ਬਾਖਬਰ ਜ਼ਰੂਰ ਰਹਿਣਾ ਚਾਹੀਦਾ ਹੈ ਕਿ ਉਹ ਟੈਕਨੋਲੋਜੀ ਕਿਤੇ ਪਾਕਿਸਤਾਨ ਦੇ ਵਿੱਚ ਇਸਤੇਮਾਲ ਤਾਂ ਨਹੀਂ ਹੋ ਜਾਏਗੀ। ਇਹ ਇੱਕ ਅਹਿਮ ਗੱਲ ਹੈ। ਤੇ ਮਾਮਲਾ ਨਵਾਂ ਹੈਗਾ ਵੀ ਅਹਿਮ ਹੈਗਾ, ਅਗਰਚੇ ਪਾਕਿਸਤਾਨ ਦੇ ਵਿੱਚ ਅਫਗਾਨ ਕੌਂਸਲ ਜਨਰਲ ਦਾ ਜਿਹੜੇ ਬਿਹੇਵੀਅਰ ਸੀ ਕੌਮੀ ਤਰਾਨੇ ਦੇ ਹਵਾਲੇ ਨਾਲ, ਉਹਦੇ 'ਤੇ ਵੀ ਗੱਲ ਕਰਨਾ ਜ਼ਰੂਰੀ ਸੀ, ਲੇਕਿਨ ਮੈਨੂੰ ਲੱਗਾ ਕਿ ਸਿਕਿਉਰਿਟੀ ਦੇ ਨੁਕਤਾ ਨਜ਼ਰ ਨਾਲ ਇਹ ਮਾਮਲਾ ਜ਼ਿਆਦਾ ਵੱਡਾ ਔਰ ਜ਼ਿਆਦਾ ਕੰਸਰਨ ਰੱਖਦਾ ਪਾਕਿਸਤਾਨ ਦੇ ਹਵਾਲੇ ਨਾਲ, ਇਸ ਵਾਸਤੇ ਇਹਦੇ ਉੱਤੇ ਜ਼ਰੂਰ ਗੱਲ ਹੋਣੀ ਚਾਹੀਦੀ। ਤੇ ਜੀਂਦੇ ਰਹੋ, ਵਸਦੇ ਰਹੋ। ਸਬਸਕ੍ਰਾਈਬ ਜ਼ਰੂਰ ਕਰੋ। ਕੁਛ ਇੰਟਰਨੈਟ ਦੀ ਵਜ੍ਹਾ ਨਾਲ ਵੀ ਤੁਹਾਡੇ ਤੱਕ ਵੀਡੀਓ ਪਹੁੰਚਣ ਦੇ ਮਸਾਇਲ ਆ ਰਹੇ ਨੇ, ਤੇ ਉਹਦੀ ਵਜ੍ਹਾ ਨਾਲ ਸਬਸਕ੍ਰਿਪਸ਼ਨ ਵੀ ਕੁਝ ਸਲੋ ਹੋਈ ਹੈ। ਤੇ ਮੈਂ ਆਪਣੇ ਦੋਸਤਾਂ ਨੂੰ ਰਿਕੁਐਸਟ ਕਰਨਾ ਵਾ ਕਿ ਉਹ ਸਬਸਕ੍ਰਾਈਬ ਜ਼ਰੂਰ ਕਰਨ। ਜੀਂਦੇ ਰਹੋ, ਵਸਦੇ ਰਹੋ।